Good morning students, this is Sandeep Kaur, your social science teacher, and as we all know that we are discussing our third chapter, that is constitutional design, and this is our last video from this chapter. In this last video we will discuss about all these people whose pictures and some kind of information is given in our chapter in these pages. Okay, so first of all there is a person ਜਵੇਰ ਭਾਈ ਵੱਲਾ ਭਾਈ ਪਟੇਲ। ਓਕੇ, ਮੋਸਟਲੀ ਬੇਟਾ ਇਹ ਜਿਹੜੀਆਂ ਪਿਕਚਰਸ ਦਿੱਤੀਆਂ ਹੋਈਆਂ ਔਰ ਇਨਫੋਰਮੇਸ਼ਨ ਦਿੱਤੀ ਹੋਈ ਹੈ ਕਿ ਕੌਣ ਲੋਕ ਨੇ, ਇਹ ਉਹ ਵਾਲੇ ਲੋਕ ਨੇ ਜਿਨ੍ਹਾਂ ਨੇ ਜਿਹੜੇ ਆਪਣੀ ਕੌਂਸਟੀਟਿਊਐਂਟ ਅਸੈਂਬਲੀ ਦੇ ਜਿਹੜੇ ਮੈਂਬਰ ਸੀਗੇ। ਠੀਕ ਹੈ, ਕੌਂਸਟੀਟਿਊਐਂਟ ਅਸੈਂਬਲੀ ਮਤਲਬ ਜਿੰਦੀ ਅਸੈਂਬਲੀ ਨੇ ਆਪਣੇ ਲਈ ਕੌਂਸਟੀਟਿਊਸ਼ਨ ਬਣਾਇਆ ਹੈ, ਸੰਵਿਧਾਨ ਬਣਾਇਆ ਹੈ, ਉਸ ਅਸੈਂਬਲੀ ਦੇ ਇਹ ਮੈਂਬਰ ਸੀਗੇ ਔਰ ਇਹਨਾਂ ਬਾਰੇ ਥੋੜ੍ਹੀ ਬਰੀਫ ਇਨਫੋਰਮੇਸ਼ਨ ਜਿਹੜੀ ਆ ਉਹ ਆਪਾਂ ਨੂੰ ਉਹਨਾਂ ਨੇ ਦਿੱਤੀ ਹੋਈ ਆ। ਠੀਕ ਹੈ, ਸੋ ਫਸਟ ਆਫ ਆਲ ਜਵੇਰ ਭਾਈ ਵੱਲਾ ਭਾਈ ਪਟੇਲ ਗੁਜਰਾਤ ਬੋਰਨ ਸੀਗੇ ਉਹ। ਠੀਕ ਹੈ, ਔਰ ਜਿਹੜੀ ਇੰਟਰਮ ਗੌਰਮੈਂਟ ਬਣੀ ਸੀਗੀ ਜਦੋਂ ਆਪਣੇ ਦੇਸ਼ ਨੂੰ ਆਜ਼ਾਦੀ ਮਿਲੀ ਹੈ ਬੇਟਾ 1947 ਵਿੱਚ, ਉਹਦੇ ਤੋਂ ਪਹਿਲੇ ਜਿਹੜੇ ਜੁਲਾਈ 1946 ਦੇ ਵਿੱਚ ਜਿਹੜਾ ਸੀਗਾ ਉਹ ਇੱਕ ਇੰਟਰਮ ਗੌਰਮੈਂਟ ਬਣਾਈ ਗਈ, ਅੰਤਰਿਮ ਸਰਕਾਰ ਬਣਾਈ ਗਈ। ਉਹ ਕਾਹਦੇ ਲਈ ਸੀਗੀ? ਉਸ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਦੇਸ਼ ਨੂੰ ਚਲਾਉਣ ਦੇ ਲਈ ਬਣਾਈ ਗਈ ਗੌਰਮੈਂਟ ਸੀ ਕਿ ਜਦੋਂ ਬ੍ਰਿਟਿਸ਼ ਛੱਡ ਕੇ ਜਾ ਰਹੇ ਨੇ ਔਰ ਦੇਸ਼ ਵਿੱਚ ਨਵੀਂ ਗੌਰਮੈਂਟ ਜਿਹੜੀ ਹੈ ਉਹ ਚੁਣੀ ਨਹੀਂ ਗਈ ਹਲੇ, ਨਵੀਂ ਸਰਕਾਰ ਚੁਣੀ ਜਾਣ ਤੋਂ ਪਹਿਲਾਂ, ਔਰ ਦੇਸ਼ ਦੇ ਬ੍ਰਿਟਿਸ਼ ਦੇ ਛੱਡਣ ਦੇ ਵਿਚਕਾਰ ਟਾਈਮ ਜਿਹੜਾ ਸੀਗਾ ਉਹਦੇ ਲਈ ਇੱਕ ਟੈਂਪਰੇਰੀ ਗੌਰਮੈਂਟ ਬਣਾਈ ਗਈ ਜਿਹਨੂੰ ਇੰਟਰਮ ਗੌਰਮੈਂਟ ਕਿਹਾ ਗਿਆ। ਠੀਕ ਹੈ, ਔਰ ਉਸ ਇੰਟਰਮ ਗਵਰਨਮੈਂਟ ਦੇ ਵਿੱਚ ਜਿਹੜਾ ਸੀਗਾ ਉਹ ਹੋਮ ਮਿਨਿਸਟਰ ਆਫ ਹੋਮ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਸੀਗੇ ਮਿਸਟਰ ਜਵੇਰ ਭਾਈ ਵੱਲਾ ਭਾਈ ਪਟੇਲ। ਇਹਦੇ ਨਾਲ ਹੀ ਬਾਰਦੋਲੀ ਦਾ ਜਿਹੜਾ ਕਿਸਾਨ ਅੰਦੋਲਨ ਹੋਇਆ, ਸੱਤਿਆਗ੍ਰਹਿ ਹੋਇਆ ਸੀਗਾ ਗੁਜਰਾਤ ਦੇ ਵਿੱਚ, ਉਹਦੇ ਵਿੱਚ ਵੀ ਇਹਨਾਂ ਨੇ ਪਾਰਟੀਸਪੇਟ ਕੀਤਾ ਸੀਗਾ। ਠੀਕ ਹੈ, ਔਰ ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕੀਤਾ ਇਹਨਾਂ ਨੇ। ਪ੍ਰਿੰਸਲੀ ਸਟੇਟਸ ਜਿਹੜੀਆਂ ਸੀਗੀਆਂ ਇੰਡੀਆ ਦੇ ਵਿੱਚ ਉਸ ਟਾਈਮ 'ਤੇ 562 ਦੇ ਨੀਅਰ ਅਬਾਊਟ ਜਿਹੜੀਆਂ ਸੀਗੀਆਂ ਉਹ ਪ੍ਰਿੰਸਲੀ ਸਟੇਟਸ ਸੀਗੀਆਂ, ਉਹਨਾਂ ਨੂੰ ਇੰਡੀਆ ਵਿੱਚ ਇੰਟੈਗਰੇਟਡ ਕਰਨ ਦੇ ਔਰ ਇੰਡੀਆ ਨੂੰ ਇੱਕ ਇੰਡੀਪੈਂਡੈਂਟ ਨੇਸ਼ਨ ਬਣਾਉਣ ਦੇ ਵਿੱਚ ਇਹਨਾਂ ਨੇ ਕਾਫੀ ਆਪਣਾ ਰੋਲ ਜਿਹੜਾ ਸੀਗਾ ਉਹ ਪਲੇ ਕੀਤਾ, ਔਰ ਆਜ਼ਾਦੀ ਤੋਂ ਬਾਅਦ ਉਹ ਡਿਪਟੀ ਪ੍ਰਾਈਮ ਮਿਨਿਸਟਰ ਬਣਦੇ ਆ। ਠੀਕ ਹੈ, ਸੈਕਿੰਡ ਵਨ ਇਜ਼ ਅਬੁਲ ਕਲਾਮ ਆਜ਼ਾਦ। ਅਬੁਲ ਕਲਾਮ ਆਜ਼ਾਦ ਉੱਤਰ ਪ੍ਰਦੇਸ਼ ਬੋਰਨ ਸੀਗੇ। ਠੀਕ ਹੈ, ਐਜੂਕੇਸ਼ਨਿਸਟ ਸੀਗੇ, ਆਥਰ ਸੀਗੇ, ਥਿਓਲੋਜੀਕਲ ਸੀਗੇ। ਠੀਕ ਹੈ, ਥਿਓਲੋਜੀਅਨ ਸੀਗੇ, ਕਾਫੀ ਸਾਰੀਆਂ ਉਹਨਾਂ ਨੇ ਥਿਊਰੀਜ਼ ਵਗੈਰਾ ਦਿੱਤੀਆਂ। ਠੀਕ ਹੈ, ਔਰ ਬੇਟਾ ਸਕਾਲਰ ਸੀਗੇ ਅਰੇਬਿਕ ਦੇ, ਯਾਨੀ ਕਿ ਅਰਬੀ ਭਾਸ਼ਾ ਦੇ ਸਕਾਲਰ ਸੀਗੇ। ਕਾਂਗਰਸ ਲੀਡਰ ਵੀ ਸੀਗੇ, ਨੈਸ਼ਨਲ ਮੂਵਮੈਂਟ ਵਿੱਚ ਵੀ ਪਾਰਟੀਸਪੇਟ ਕਰਦੇ ਰਹੇ ਉਹ। ਠੀਕ ਹੈ, ਔਰ ਇਹਦੇ ਨਾਲ ਬੇਟਾ ਜਦੋਂ ਆਪਾਂ ਨੂੰ ਮਿਲਦੀ ਹੈ ਇੰਡੀਪੈਂਡੈਂਸ ਮਿਲਦੀ ਹੈ ਔਰ ਉਹ ਆਪਣੇ ਫਸਟ ਐਜੂਕੇਸ਼ਨ ਮਿਨਿਸਟਰ ਬਣਦੇ ਆ। ਇੰਡੀਆ ਦੇ ਫਸਟ ਐਜੂਕੇਸ਼ਨ ਮਿਨਿਸਟਰ ਕੌਣ ਨੇ? ਮਿਸਟਰ ਅਬੁਲ ਕਲਾਮ ਆਜ਼ਾਦ। ਨੈਕਸਟ ਹੈ ਟੀ ਕ੍ਰਿਸ਼ਨਾ ਮਚਾਰੀ। ਠੀਕ ਹੈ, ਇਹ ਜਿਹੜੇ ਸੀਗੇ ਉਹ ਤਾਮਿਲਨਾਡੂ ਤੋਂ ਸੀਗੇ। ਠੀਕ ਹੈ, ਔਰ ਡਰਾਫਟਿੰਗ ਕਮੇਟੀ ਜਿਹਦੇ ਕਿ ਪ੍ਰਧਾਨ ਜਿਹੜੇ ਸੀਗੇ, ਹੈੱਡ ਜਿਹੜੇ ਸੀਗੇ ਉਹ ਕੌਣ ਸੀਗੇ? BR ਅੰਬੇਦਕਰ ਸੀਗੇ। ਇਹ ਉਸ ਡਰਾਫਟਿੰਗ ਕਮੇਟੀ ਦੇ ਇੱਕ ਮੈਂਬਰ ਸੀਗੇ। ਠੀਕ ਹੈ, ਇਹਦੇ ਨਾਲ ਹੀ ਕਾਂਗਰਸ ਲੀਡਰ ਸੀਗੇ, ਔਰ ਜਦੋਂ ਇੰਡੀਪੈਂਡੈਂਸ ਤੋਂ ਬਾਅਦ ਗਵਰਨਮੈਂਟ ਬਣਦੀ ਹੈ ਦੈਨ ਉਹ ਕੀ ਬਣਦੇ ਨੇ? ਫਾਈਨਾਂਸ ਮਿਨਿਸਟਰ ਬਣਦੇ ਨੇ। ਠੀਕ ਹੈ, ਨੈਕਸਟ ਵਨ ਇਜ਼ ਰਾਜਿੰਦਰ ਪ੍ਰਸਾਦ। everyone know about him. He is first president of India. ਬਿਹਾਰ ਬੋਰਨ ਸੀਗੇ। ਠੀਕ ਹੈ, ਔਰ ਬਿਹਾਰ ਦੇ ਜਿਹੜੇ ਸੀਗੇ ਬਿਹਾਰ ਤੋਂ ਜਿਹੜਾ ਸੀਗਾ ਉਹ ਕੌਂਸਟੀਟਿਊਐਂਟ ਅਸੈਂਬਲੀ ਦੇ ਮੈਂਬਰ ਸੀਗੇ, ਔਰ ਇਹਦੇ ਨਾਲ ਹੀ ਸਭ ਨੂੰ ਪਤਾ ਹੈ ਕਿ ਆਪਣੇ ਫਸਟ ਪ੍ਰੈਜ਼ੀਡੈਂਟ ਤੇ ਸੀਗੇ ਹੀ ਉਹ, ਲੇਕਿਨ ਕੌਂਸਟੀਟਿਊਐਂਟ ਅਸੈਂਬਲੀ ਯਾਨੀ ਕਿ ਜਿਹੜੀ ਸੰਵਿਧਾਨ ਸਭਾ ਬਣੀ ਹੋਈ ਸੀਗੀ ਸੰਵਿਧਾਨ ਨੂੰ ਬਣਾਉਣ ਦੇ ਲਈ, ਉਹਦੇ ਵੀ ਉਹ ਚੇਅਰਮੈਨ ਸੀਗੇ, ਹੈੱਡ ਸੀਗੇ। ਠੀਕ ਹੈ, ਔਰ ਚੰਪਾਰਨ ਸੱਤਿਆਗ੍ਰਹਿ ਜਿਹੜਾ ਕਿ ਬਿਹਾਰ ਦੇ ਵਿੱਚ ਹੋਇਆ ਸੀਗਾ, ਕਿਸਾਨਾਂ ਦਾ ਇੱਕ ਅੰਦੋਲਨ ਸੀਗਾ, ਉਹਦੇ ਵਿੱਚ ਵੀ ਉਹਨਾਂ ਨੇ ਐਕਟਿਵਲੀ ਪਾਰਟੀਸਪੇਟ ਕੀਤਾ ਸੀਗਾ। ਠੀਕ ਹੈ, ਨੈਕਸਟ ਹੈ ਬੇਟਾ ਜੈਪਾਲ ਸਿੰਘ। ਜੈਪਾਲ ਸਿੰਘ ਜਿਹੜੇ ਸੀਗੇ ਉਹ ਝਾਰਖੰਡ ਬੋਰਨ ਸੀਗੇ। ਝਾਰਖੰਡ ਜਿਹੜਾ ਪਹਿਲੇ ਕਿ ਬਿਹਾਰ ਦਾ ਹੀ ਹਿੱਸਾ ਸੀਗਾ। ਠੀਕ ਹੈ, ਔਰ ਇੱਕ ਸਪੋਰਟਸਮੈਨ ਸੀਗੇ, ਯਾਨੀ ਕਿ ਖੇਡਾਂ ਵਿੱਚ ਕਾਫੀ ਅੱਛੀ ਪਰਫੋਰਮੈਂਸ ਸੀਗੀ। ਉਹ ਇੰਡੀਆ ਦੀ ਜਿਹੜੀ ਫਸਟ ਨੈਸ਼ਨਲ ਹਾਕੀ ਟੀਮ ਸੀਗੀ ਉਹਦੇ ਕੈਪਟਨ ਸੀਗੇ ਉਹ। ਠੀਕ ਹੈ, ਇੱਕ ਐਜੂਕੇਸ਼ਨਿਸਟ ਵੀ ਸੀਗੇ, ਔਰ ਇਹਦੇ ਨਾਲ ਹੀ ਬੇਟਾ ਉਹਨਾਂ ਨੇ ਪ੍ਰੈਜ਼ੀਡੈਂਟ ਸੀਗੇ ਆਦੀਵਾਸੀ ਮਹਾਸਭਾ ਦੇ। ਨੈਕਸਟ ਹੈ ਕਿ ਉਹਨਾਂ ਨੇ ਝਾਰਖੰਡ ਪਾਰਟੀ ਜਿਹੜੀ ਸੀਗੀ ਉਹ ਬਣਾਈ ਸੀ, ਝਾਰਖੰਡ ਪੋਲੀਟੀਕਲ ਪਾਰਟੀ। ਨੈਕਸਟ ਇਜ਼ HC ਮੁਖਰਜੀ। ਠੀਕ ਹੈ, ਬੰਗਾਲ ਬੋਰਨ ਸੀਗੇ। ਜਿਹੜੇ ਕੌਂਸਟੀਟਿਊਐਂਟ ਅਸੈਂਬਲੀ ਜਿਹਦੇ ਕਿ ਚੇਅਰਪਰਸਨ ਕੌਣ ਸੀਗੇ? ਚੇਅਰਮੈਨ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ। ਉਹਦੇ ਵਾਈਸ ਚੇਅਰਮੈਨ ਸੀਗੇ
VH.C. मुखर्जी, ठीक है। ਇਹਦੇ ਨਾਲ ਹੀ ਐਜੂਕੇਸ਼ਨਿਸਟ ਸੀਗੇ ਬੜੇ ਅੱਛੇ ਉਹ, ਔਰ ਇੱਕ ਬੜੇ ਅੱਛੇ ਆਥਰ ਸੀਗੇ, ਕਾਂਗਰਸ ਲੀਡਰ ਸੀਗੇ, ਔਰ ਜਿਹੜੀ ਆਲ ਇੰਡੀਆ ਕ੍ਰਿਸਚੀਅਨ ਕੌਂਸਲ ਸੀਗੀ ਉਹਦੇ ਵੀ ਉਹ ਮੈਂਬਰ ਸੀਗੇ, ਲੈਜਿਸਲੇਟਿਵ ਅਸੈਂਬਲੀ ਦੇ ਵੀ ਮੈਂਬਰ ਸੀਗੇ, ਔਰ ਉਸ ਤੋਂ ਬਾਅਦ ਵਿੱਚ ਉਹ ਬੰਗਾਲ ਦੇ ਗਵਰਨਰ ਵੀ ਰਹੇ। ਨੈਕਸਟ ਹੈ ਬੇਟਾ ਜੀ ਦੁਰਗਾ ਬਾਈ ਦੇਸ਼ਮੁਖ, ਉਹ ਆਂਧਰਾ ਪ੍ਰਦੇਸ਼ ਤੋਂ ਸੀਗੇ, ਠੀਕ ਹੈ। ਔਰ ਇੱਕ ਐਡਵੋਕੇਟ ਸੀਗੇ ਮੈਡਮ, ਔਰ ਇਹਦੇ ਨਾਲ ਹੀ ਪਬਲਿਕ ਐਕਟਿਵਿਸਟ ਸੀਗੇ, ਜਿਹੜੇ ਕਿ ਵੂਮੈਨਸ ਦੀ ਇਮੈਂਸੀਪੇਸ਼ਨ ਮਤਲਬ ਜਿਹੜਾ ਵੂਮੈਨਸ ਨਾਲ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਉਹਨੂੰ ਲੈ ਕੇ ਉਹ ਕਾਫੀ ਐਕਟਿਵ ਰਹਿੰਦੇ ਸੀਗੇ ਕਿ ਵੂਮੈਨਸ ਨੂੰ ਜਿਹੜਾ ਇਕੁਅਲੀ ਟਰੀਟ ਜਿਹੜਾ ਹੈ ਉਹ ਕੀਤਾ ਜਾਣਾ ਚਾਹੀਦਾ ਹੈ। ਆਂਧਰਾ ਮਹਿਲਾ ਸਭਾ ਦੇ ਫਾਊਂਡਰ ਸੀਗੇ, ਠੀਕ ਹੈ, ਕਾਂਗਰਸ ਲੀਡਰ ਸੀਗੇ, ਔਰ ਚੇਅਰਪਰਸਨ ਆਫ ਸੈਂਟਰਲ ਸੋਸ਼ਲ ਵੈਲਫੇਅਰ ਬੋਰਡ, ਜਿਹੜਾ ਸੋਸ਼ਲ ਵੈਲਫੇਅਰ ਬੋਰਡ ਸੀਗਾ ਸੈਂਟਰ ਸਰਕਾਰ ਵੱਲੋਂ ਬਣਾਇਆ ਗਿਆ ਸਭ ਤੋਂ ਪਹਿਲੇ, ਉਹਨਾਂ ਦੇ ਉਹ ਪਹਿਲੇ ਹੈੱਡ ਸੀਗੇ, ਚੇਅਰਪਰਸਨ ਸੀਗੇ। ਨੈਕਸਟ ਇਜ਼ ਬਲਦੇਵ ਸਿੰਘ ਪ੍ਰੈਜ਼ੈਂਟਲੀ ਹਰਿਆਣਾ ਤੋਂ ਸੀਗੇ, ਠੀਕ ਹੈ। ਔਰ ਇੱਕ ਬੜੇ ਅੱਛੇ ਲੀਡਰ ਸੀਗੇ, ਪੰਥਕ ਅਕਾਲੀ ਦਲ ਦੇ ਮੈਂਬਰ ਸੀਗੇ ਉਹ ਪੰਜਾਬ ਅਸੈਂਬਲੀ ਦੇ ਵਿੱਚ, ਠੀਕ ਹੈ। ਔਰ ਕਾਂਗਰਸ ਦੇ ਇੱਕ ਨੋਮੀਨੀ ਦੇ ਤੌਰ ਤੇ ਉਹਨਾਂ ਨੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜਾ ਸੀਗਾ ਉਹ ਪਾਰਟਿਸਿਪੇਟ ਕੀਤਾ, ਠੀਕ ਹੈ। ਔਰ ਜਦੋਂ ਆਪਾਂ ਨੂੰ ਆਜ਼ਾਦੀ ਮਿਲਦੀ ਹੈ ਇੰਡੀਪੈਂਡੈਂਸ ਤੋਂ ਬਾਅਦ ਉਹ ਡਿਫੈਂਸ ਮਿਨਿਸਟਰ ਬਣੇ ਇੰਡੀਆ ਦੇ। ਨੈਕਸਟ ਵਨ ਇਜ਼ ਕਨਈਆ ਲਾਲ ਮਾਨਿਕ ਲਾਲ ਮੁੰਸ਼ੀ, ਗੁਜਰਾਤ ਬੋਰਨ ਸੀਗੇ, ਐਡਵੋਕੇਟ ਸੀਗੇ, ਇੱਕ ਹਿਸਟੋਰੀਅਨ ਸੀਗੇ, ਔਰ ਲਿੰਗੁਇਸਟ ਸੀਗੇ, ਠੀਕ ਹੈ। ਇਹਨਾਂ ਸਾਰੇ ਏਰੀਆਜ਼ ਵਿੱਚ ਉਹ ਕੰਮ ਕਰਦੇ ਸੀਗੇ। ਨੈਕਸਟ ਹੈ ਕਿ ਕਾਂਗਰਸ ਲੀਡਰ ਸੀਗੇ, ਔਰ ਗਾਂਧੀ ਵੀ ਵਿਚਾਰਧਾਰਾ ਨੂੰ ਜਿਹੜਾ ਕਾਫੀ ਜ਼ਿਆਦਾ ਪ੍ਰਭਾਵਿਤ ਸੀਗੇ, ਠੀਕ ਹੈ। ਔਰ ਨੈਕਸਟ ਹੈ ਬੇਟਾ ਕਿ ਉਹ ਯੂਨੀਅਨ ਕੈਬਨਿਟ ਦੇ ਵਿੱਚ ਵੀ ਮਿਨਿਸਟਰ ਬਣੇ, ਔਰ ਉਹਨਾਂ ਨੇ ਇੱਕ ਪਾਰਟੀ ਬਣਾਈ ਸੀਗੀ, ਕਿਹੜੀ ਪਾਰਟੀ ਬਣਾਈ ਸੀਗੀ? ਸੁਤੰਤਰ ਪਾਰਟੀ। ਨੈਕਸਟ ਇਜ਼ ਭੀਮਰਾਓ ਰਾਮਜੀ ਅੰਬੇਦਕਰ, BR ਅੰਬੇਦਕਰ, ਠੀਕ ਹੈ। ਉਹ ਬਿਲਕੁਲ ਬੋਰਨ ਸੀਗੇ ਮਹਾਰਾਸ਼ਟਰ ਦੇ, ਔਰ ਡਰਾਫਟਿੰਗ ਕਮੇਟੀ ਦੇ ਜਿਹੜੇ ਸੀਗੇ ਉਹ ਚੇਅਰਪਰਸਨ ਸੀਗੇ, ਚੇਅਰਮੈਨ ਸੀਗੇ, ਠੀਕ ਹੈ। ਉਹਨਾਂ ਨੂੰ ਇੱਕ ਰੈਵੋਲਿਊਸ਼ਨਰੀ ਦੇ ਤੌਰ ਤੇ ਦੇਖਿਆ ਜਾ ਸਕਦਾ, ਕਿਉਂਕਿ ਉਹਨਾਂ ਨੇ ਜਿਹੜੀਆਂ ਲੋਅਰ ਕਾਸਟ ਦੇ ਲੋਕ ਸੀਗੇ ਉਹਨਾਂ ਦੇ ਹੱਕਾਂ ਦੀ ਗੱਲ ਕੀਤੀ, ਉਹਨਾਂ ਦੇ ਲਈ ਗੱਲ ਕੀਤੀ, ਔਰ ਉਹਨਾਂ ਦੀ ਜਿਹੜੀ ਕੰਡੀਸ਼ਨ ਸੀਗੀ ਉਹਨੂੰ ਸੁਧਾਰਨ ਦੇ ਲਈ ਕਾਫੀ ਜਿਹੜੀਆਂ ਪ੍ਰੋਵੀਜ਼ਨਸ ਜਿਹੜੀਆਂ ਸੀਗੀਆਂ ਉਹ ਕਨਸਟੀਟਿਊਸ਼ਨ ਦੇ ਵਿੱਚ ਵੀ ਕੀਤੀਆਂ, ਠੀਕ ਹੈ। ਔਰ ਇੰਡੀਪੈਂਡੈਂਸ ਤੋਂ ਬਾਅਦ ਵਿੱਚ ਉਹ ਇੰਡੀਆ ਦੇ ਫਸਟ ਲਾਅ ਮਿਨਿਸਟਰ ਵੀ ਬਣੇ, ਠੀਕ ਹੈ। ਰਿਪਬਲਿਕਨ ਜਿਹੜੀ ਪਾਰਟੀ ਸੀਗੀ ਉਹ ਵੀ ਉਹਨਾਂ ਨੇ ਬਣਾਈ। ਨੈਕਸਟ ਇਜ਼ ਸ਼ਿਆਮਾ ਪ੍ਰਸਾਦ ਮੁਖਰਜੀ ਵੈਸਟ ਬੰਗਾਲ ਬੋਰਨ ਸੀਗੇ, ਔਰ ਮਿਨਿਸਟਰ ਬਣੇ ਸੀਗੇ ਇੰਡਸਟਰੀ ਐਂਡ ਸਪਲਾਈ ਇਨ ਦਾ ਇੰਟਰਮ ਗਵਰਨਮੈਂਟ ਜਾਨੀ ਕਿ ਜਿਹੜੀ ਅੰਤਰਮ ਗਵਰਨਮੈਂਟ ਬਣੀ ਸੀਗੀ 1946 ਦੇ ਵਿੱਚ, ਉਹਦੇ ਵਿੱਚ ਉਹ ਕਿਹੜੇ ਮਿਨਿਸਟਰ ਸੀਗੇ? ਇੰਡਸਟਰੀ ਐਂਡ ਸਪਲਾਈ ਮਿਨਿਸਟਰ ਸੀਗੇ। ਇਹਦੇ ਨਾਲ ਹੀ ਐਜੂਕੇਸ਼ਨਿਸਟ ਸੀਗੇ, ਲਾਇਰ ਸੀਗੇ, ਠੀਕ ਹੈ, ਔਰ ਹਿੰਦੂ ਮਹਾਸਭਾ ਦੇ ਐਕਟਿਵ ਮੈਂਬਰ ਸੀਗੇ। ਇਹਦੇ ਨਾਲ ਹੀ ਉਹਨਾਂ ਨੇ ਭਾਰਤੀ ਜਨਸੰਘ ਦੀ ਜਿਹੜੀ ਸਥਾਪਨਾ ਸੀਗੀ ਉਹ 1951 ਦੇ ਵਿੱਚ ਕੀਤੀ, ਜਿਹਦੀਆਂ ਬਾਅਦ ਵਿੱਚ ਕਾਫੀ ਸਾਰੀਆਂ ਬ੍ਰਾਂਚਸ ਬਣ ਗਈਆਂ। ਉਹਨਾਂ ਬ੍ਰਾਂਚਸ ਵਿੱਚੋਂ ਹੀ ਇੱਕ ਬ੍ਰਾਂਚ ਹੈ ਜਿਹੜੀ BJP ਆਪਾਂ ਅੱਜ ਦੇਖਦੇ ਹਾਂ, ਮਿਸਟਰ ਨਰਿੰਦਰ ਮੋਦੀ ਦੀ ਜਿਹੜੀ ਲੀਡਰਸ਼ਿਪ ਦੇ ਵਿੱਚ ਅੱਜ ਜਿਹੜੀ ਉਸੇ ਜਨਸੰਘ ਦਾ ਇੱਕ ਹਿੱਸਾ BJP ਹੈ, ਉਹ ਅੱਜ ਆਪਣੇ ਇੰਡੀਆ 'ਤੇ ਰੂਲ ਕਰ ਰਹੀ ਪਾਰਟੀ ਹੈ, ਠੀਕ ਹੈ। ਨੈਕਸਟ ਜਵਾਹਰ ਲਾਲ ਨਹਿਰੂ ਉੱਤਰ ਪ੍ਰਦੇਸ਼ ਬੋਰਨ ਸੀਗੇ, ਠੀਕ ਹੈ, ਔਰ ਪ੍ਰਾਈਮ ਮਿਨਿਸਟਰ ਬਣੇ ਅੰਤਰਿਮ ਸਰਕਾਰ ਦੇ, ਔਰ ਇੰਡੀਪੈਂਡੈਂਸ ਤੋਂ ਬਾਅਦ ਵੀ ਆਪਾਂ ਨੂੰ ਪਤਾ ਹੈ ਕਿ ਆਪਣੇ ਫਸਟ ਪ੍ਰਾਈਮ ਮਿਨਿਸਟਰ ਬਣੇ। ਇਹਦੇ ਨਾਲ ਹੀ ਉਹ ਐਡਵੋਕੇਟ ਕਰਦੇ ਹੈਗੇ ਸੋਸ਼ਲਿਜ਼ਮ ਨੂੰ, ਡੈਮੋਕ੍ਰੇਸੀ ਨੂੰ, ਔਰ ਐਂਟੀ ਇੰਪੀਰੀਅਲਿਜ਼ਮ ਨੂੰ, ਠੀਕ ਹੈ। ਨੈਕਸਟ ਹੈ ਸਰੋਜਨੀ ਨਾਇਡੂ ਆਂਧਰਾ ਪ੍ਰਦੇਸ਼ ਬੋਰਨ ਸੀਗੇ, ਇੱਕ ਪੋਇਟ ਸੀਗੇ ਉਹ, ਮਤਲਬ ਇੱਕ ਕਵਿਤਾਵਾਂ ਲਿਖਦੇ ਸੀ ਕਾਫੀ ਅੱਛੀਆਂ, ਕਈ ਤਰ੍ਹਾਂ ਦੇ ਹੋਰ ਲੇਖ ਬਹੁਤ ਕੁਝ ਲਿਖਦੇ, ਅੱਛੀ ਰਾਈਟਰ ਸੀਗੀ, ਪੋਲੀਟੀਕਲ ਐਕਟਿਵਿਸਟ ਸੀ, ਠੀਕ ਹੈ। ਔਰ ਨੈਕਸਟ ਹੈ ਬੇਟਾ ਕਿ ਉਹ ਵੂਮਨਸ ਦੇ ਵਿੱਚੋਂ ਕਾਫੀ ਇੱਕ ਕਾਂਗਰਸ ਦੇ ਵਿੱਚ, ਕਿਉਂਕਿ ਫੀਮੇਲਸ ਜ਼ਿਆਦਾ ਲੀਡਰਸ ਨਹੀਂ ਹੈਗੀਆਂ, ਔਰ ਇੱਕ ਉਹ ਕਾਫੀ ਪ੍ਰੋਮੀਨੈਂਟ ਲੀਡਰ ਸੀਗੀ ਕਾਂਗਰਸ ਦੇ, ਠੀਕ ਹੈ। ਔਰ ਬਾਅਦ ਵਿੱਚ ਜਿਹੜੇ ਉਹ ਉੱਤਰ ਪ੍ਰਦੇਸ਼ ਦੇ ਗਵਰਨਰ ਬਣਦੇ ਆ। ਨੈਕਸਟ ਹੈ ਸੋਮਨਾਥ ਲਹਿਰੀ ਵੈਸਟ ਬੰਗਾਲ ਬੋਰਨ ਸੀਗੇ, ਔਰ ਇੱਕ ਐਡੀਟਰ ਸੀਗੇ, ਰਾਈਟਰ ਸੀਗੇ, ਔਰ ਕਮਿਊਨਿਸਟ ਪਾਰਟੀ ਦੇ ਲੀਡਰ ਸੀਗੇ, ਠੀਕ ਹੈ। ਮੈਂਬਰ ਬਣੇ ਉਹ ਲੈਜਿਸਲੇਟਿਵ ਅਸੈਂਬਲੀ ਦੇ, ਆਫਟਰ ਇੰਡੀਪੈਂਡੈਂਸ ਉਹ ਬੰਗਾਲ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਬਣੇ। ਸੋ these were the main peoples who were the members of Constituent Assembly.
ਆਵਰ ਲਾਸਟ ਟੌਪਿਕ ਇਜ਼ ਇੰਸਟੀਟਿਊਸ਼ਨਲ ਡਿਜ਼ਾਈਨ। ਆਪਣੇ ਕੰਸਟੀਟਿਊਸ਼ਨ ਵਿੱਚ ਇੰਸਟੀਟਿਊਸ਼ਨਲ ਡਿਜ਼ਾਈਨ ਕੀ ਹੈ, ਕਿਵੇਂ ਦਾ ਇੰਸਟੀਟਿਊਸ਼ਨਲ ਡਿਜ਼ਾਈਨ ਦਿੱਤਾ ਗਿਆ ਬੇਟਾ। ਦੇਖੋ ਆਪਣਾ ਜਿਹੜਾ ਕੰਸਟੀਟਿਊਸ਼ਨ ਉਹਦਾ ਕੀ ਡਿਜ਼ਾਈਨ ਹੈ, ਉਹ ਕਾਫੀ ਲੈਂਥੀ ਆਪਣਾ ਜਿਹੜਾ ਹੈਗਾ ਹੈ ਕੰਸਟੀਟਿਊਸ਼ਨ, ਉਹ ਕਾਫੀ ਲੈਂਥੀ ਹੈ। 395 ਆਰਟੀਕਲਸ ਨੇ ਉਹਦੇ ਵਿੱਚ, ਔਰ ਲੇਕਿਨ ਇਹਨਾਂ ਨੂੰ ਕੀ ਹੈ ਕਿ ਰੈਗੂਲਰਲੀ ਇਹਨਾਂ ਨੂੰ ਬਿਲਕੁਲ ਅਪਡੇਟ ਕਰਨ ਦੇ ਲਈ, ਟਾਈਮ ਦੇ ਅਨੁਸਾਰ ਬਣਾਉਣ ਦੇ ਲਈ ਇਹਦੇ ਵਿੱਚ ਪ੍ਰੋਵੀਜ਼ਨਸ ਕੀਤੀਆਂ ਗਈਆਂ ਨੇ ਕਿ ਅਮੈਂਡਮੈਂਟਸ ਇਹਦੇ ਵਿੱਚ ਕੰਸਟੀਟਿਊਸ਼ਨ ਦੇ ਵਿੱਚ ਹੋ ਸਕਦੀਆਂ। ਅਮੈਂਡਮੈਂਟਸ ਕੀ ਹੁੰਦੀਆਂ, ਰਿਫਾਰਮਸ ਲੈ ਕੇ ਆਉਣਾ, ਸੋਧ ਲੈ ਕਰਨਾ ਉਹਦੇ ਵਿੱਚ, ਠੀਕ ਹੈ। ਅਗਰ ਕੋਈ ਪ੍ਰੋਵੀਜ਼ਨ ਜਿਹੜੀ ਹੈ ਉਹ ਟਾਈਮ ਦੇ ਅਕੋਰਡਿੰਗ ਨਹੀਂ ਹੈ ਜਾਂ ਸਿਚੁਏਸ਼ਨ ਦੇ ਅਕੋਰਡਿੰਗ ਨਹੀਂ ਹੈ, ਦੈਨ ਉਹਨੂੰ ਚੇਂਜ ਕਰ ਦੇਣਾ, ਉਹਨੂੰ ਟਾਈਮ ਦੇ ਅਕੋਰਡਿੰਗ ਬਣਾ ਲੈਣਾ, ਠੀਕ ਹੈ। ਸੋ ਇਹਨਾਂ ਨੂੰ ਕਹਿੰਦੇ ਕੰਸਟੀਟਿਊਸ਼ਨਲ ਅਮੈਂਡਮੈਂਟਸ। ਸੋ ਜਿਹੜਾ ਹੈਗਾ ਹੈ ਆਰਟੀਕਲ 368 ਦੇ ਅੰਡਰ ਜਿਹੜਾ ਹੈ ਉਹ ਕੰਸਟੀਟਿਊਸ਼ਨਲ ਅਮੈਂਡਮੈਂਟ ਦੀ ਜਿਹੜੀ ਪ੍ਰੋਵੀਜ਼ਨ ਹੈ ਉਹ ਵੀ ਕੀਤੀ ਗਈ ਹੈ। ਇਹਦੇ ਨਾਲ ਹੀ ਬੇਟਾ ਜਿਹੜਾ ਆਪਣਾ ਕੰਸਟੀਟਿਊਸ਼ਨ ਹੈ ਉਹਦੇ ਵਿੱਚ ਇਹ ਬਿਲਕੁਲ ਕਲੀਅਰ ਕੱਟ ਇੰਸਟੀਟਿਊਸ਼ਨਲ ਡਿਜ਼ਾਈਨ ਦਿੱਤਾ ਗਿਆ ਹੈ ਕਿ ਕਿਹਦੇ ਕੋਲ ਕਿਹੜੀ ਪਾਵਰ ਹੋਏਗੀ, ਠੀਕ ਹੈ। ਕਿ ਪ੍ਰਾਈਮ ਮਿਨਿਸਟਰ ਕਿਹੜੀਆਂ ਪਾਵਰਸ ਨੂੰ ਯੂਜ਼ ਕਰੇਗਾ, ਪ੍ਰੈਜ਼ੀਡੈਂਟ ਕਿਹੜੀਆਂ ਪਾਵਰਸ ਨੂੰ ਯੂਜ਼ ਕਰੇਗਾ, ਕਿਹਦੇ ਕੋਲ ਡਿਸੀਜ਼ਨ ਮੇਕਿੰਗ ਦੀ ਪਾਵਰ ਹੋਏਗੀ, ਕੌਣ ਡਿਸੀਜ਼ਨਸ ਲਏਗਾ, ਕਿਹਦੇ ਕੋਲ ਪਾਵਰ ਜ਼ਿਆਦਾ ਆਏਗੀ, ਠੀਕ ਹੈ। ਔਰ ਨੈਕਸਟ ਹੈ ਬੇਟਾ ਕਿ ਇਹਦੇ ਨਾਲ ਹੀ ਉਹ ਲਿਮੀਟੇਸ਼ਨਸ ਵੀ ਦੱਸੀਆਂ ਹੋਈਆਂ ਨੇ ਕੰਸਟੀਟਿਊਸ਼ਨ ਦੇ ਵਿੱਚ ਕਿ ਗਵਰਨਮੈਂਟ ਦੇ ਉੱਤੇ ਕਿਹੜੀਆਂ ਲਿਮੀਟੇਸ਼ਨਸ ਨੇ। ਗਵਰਨਮੈਂਟ ਜਿਹੜੀ ਉਹ ਆਪਣੀ ਮਰਜ਼ੀ ਨਾਲ ਹਰ ਕੰਮ ਨਹੀਂ ਕਰ ਸਕਦੀ, ਉਹਦੇ ਵੀ ਕੁਝ ਲਿਮੀਟੇਸ਼ਨਸ ਨੇ, ਉਹਨਾਂ ਨੂੰ ਵੀ ਕੁਝ ਹਦਾਇਤਾਂ ਹੁੰਦੀਆਂ ਨੇ ਕੰਸਟੀਟਿਊਸ਼ਨ ਦੇ ਅਕੋਰਡਿੰਗ ਕਿ ਆਹ ਵਾਲੇ ਕੰਮ ਗਵਰਨਮੈਂਟ ਕਰ ਸਕਦੀ ਜਾਂ ਇਸ ਤਰੀਕੇ ਦੇ ਕੰਮ ਹੀ ਗਵਰਨਮੈਂਟ ਜਿਹੜੀ ਆ ਉਹ ਕਰ ਸਕਦੀ ਹੈ, ਠੀਕ ਹੈ। ਔਰ ਇਹਦੇ ਨਾਲ ਹੀ ਅੱਗੇ ਉਹ ਕਹਿੰਦੇ ਆ ਕਿ ਬਾਕੀ ਜਿਹੜੇ ਆਸਪੈਕਟਸ ਨੇ ਆਪਣੇ ਕੰਸਟੀਟਿਊਸ਼ਨ ਦੇ ਉਹ ਕੁਝ ਆਪਾਂ ਨੈਕਸਟ ਚੈਪਟਰਸ ਵਿੱਚ ਪੜ੍ਹਾਂਗੇ, ਔਰ ਕੁਝ ਜਿਹੜੇ ਬਾਕੀ ਰਹਿ ਜਾਣਗੇ ਉਹ ਆਪਾਂ ਨੈਕਸਟ ਈਅਰ ਜਿਹੜਾ ਹੈ 10th ਕਲਾਸ ਵਿੱਚ ਜਿਹੜੀ ਆਪਣੀ ਪੋਲੀਟੀਕਲ ਸਾਇੰਸ ਦੀ ਬੁੱਕ ਹੋਏਗੀ, ਆਪਾਂ ਉਹਦੇ ਵਿੱਚ ਆਪਣਾ ਕੰਸਟੀਟਿਊਸ਼ਨ ਦੇ ਰਿਗਾਰਡਿੰਗ ਜੋ ਵੀ ਇਨਫੋਰਮੇਸ਼ਨ ਬਾਕੀ ਰਹਿ ਜਾਏਗੀ ਉਹ ਆਪਾਂ ਨੈਕਸਟ ਈਅਰ ਪੜ੍ਹਾਂਗੇ, ਠੀਕ ਹੈ। ਥੈਂਕ ਯੂ।